ਦੋਸਤੋ ਸਤਿ ਸ਼੍ਰੀ ਅਕਾਲ। ਨਿਊਜ਼ 8 ਲਾਈਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ। ਇਸ ਵਕਤ ਹਾਜ਼ਰ ਹੋਏ ਹਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ। ਜਾਣਕਾਰੀ ਇਹ ਹੈ ਕਿ ਜੋ ਇਸ ਵਕਤ ਲੰਪੀ ਸਕਿਨ ਡਿਸੀਜ਼ ਚੱਲ ਰਿਹਾ ਹੈਗਾ, ਜੋ ਕਿ ਪਸ਼ੂਆਂ ਦੀ ਇੱਕ ਬਿਮਾਰੀ ਹੈ, ਪਸ਼ੂਆਂ ਤੋਂ ਪਸ਼ੂਆਂ ਤੱਕ ਟ੍ਰਾਂਸਮਿਟ ਹੋ ਰਹੀ ਹੈ। ਇਸ ਨੂੰ ਲੈ ਕੇ ਜਿਵੇਂ ਕਿ ਸ਼ਹਿਰਾਂ ਦੇ ਵਿੱਚ ਡੈਰੀ ਫਾਰਮਸ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਘਰਾਂ ਦੇ ਵਿੱਚ ਪਸ਼ੂ ਹੁੰਦੇ ਨੇ ਤੇ ਪਸ਼ੂਆਂ ਦੇ ਵਿੱਚ ਇਹ ਬਿਮਾਰੀ ਫੈਲ ਰਹੀ ਹੈ, ਦੇਖਣ ਨੂੰ ਮਿਲ ਰਹੇ ਨੇ। ਇਸ ਦੇ ਲਗਾਤਾਰ ਕੇਸਿਸ ਤਾਂ ਉਸ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ, ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਬਿਮਾਰੀ ਤੋਂ ਜੇਕਰ ਸਹੀ ਜਾਣਕਾਰੀ ਹੋਵੇ ਤਾਂ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। ਤਾਂ ਇਸ ਦੀ ਜਾਣਕਾਰੀ ਅੱਜ ਤੁਹਾਡੇ ਤੱਕ ਇਸ ਵੀਡੀਓ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹੋਏ ਹਾਂ। ਲੰਪੀ ਸਕਿਨ ਡਿਸੀਜ਼ ਹੈ ਕੀ ਹੈ? ਲੰਪੀ ਸਕਿਨ ਡਿਸੀਜ਼ ਇੱਕ ਪਸ਼ੂਆਂ ਤੋਂ ਪਸ਼ੂਆਂ ਤੱਕ ਫੈਲਣ ਵਾਲੀ ਇੱਕ ਬਿਮਾਰੀ ਹੈ। ਜਿਸ ਤਰੀਕੇ ਨਾਲ ਇੱਕ ਲੰਪਸ ਬਣ ਜਾਂਦੇ ਨੇ ਪਸ਼ੂਆਂ ਦੇ ਬਾਡੀ ਦੇ ਉੱਤੇ, ਆਲ ਬਾਡੀ ਦੇ ਉੱਤੇ ਲੰਪਸ ਬਣ ਜਾਂਦੇ ਨੇ, ਗੰਢਾਂ ਬਣ ਜਾਂਦੀਆਂ ਨੇ, ਤਾਂ ਉਸ ਨੂੰ ਲੰਪੀ ਸਕਿਨ ਡਿਸੀਜ਼ ਕਿਹਾ ਜਾਂਦਾ ਹੈ। ਇਹ ਇੱਕ ਵਾਇਰਸ ਹੈ ਇੱਕ ਤਰੀਕੇ ਦਾ, ਜਿਸ ਦਾ ਨਾਮ ਕੈਪਸੀਪੌਕਸ ਨਾਮ ਦਾ ਇੱਕ ਵਾਇਰਸ ਹੁੰਦਾ ਗਾ, ਜਿਹੜਾ ਕਿ ਇੱਕ ਪਸ਼ੂ ਤੋਂ ਦੂਸਰੇ ਪਸ਼ੂ ਤੱਕ ਟ੍ਰਾਂਸਮਿਟ ਹੁੰਦਾ ਗਾ। ਜ਼ਰੀਆ ਕੀ ਹੁੰਦਾ ਗਾ? ਜ਼ਰੀਆ ਪਸ਼ੂਆਂ ਤੋਂ ਪਸ਼ੂਆਂ ਤੱਕ ਫੈਲਣ ਦਾ ਜਾਂ ਤਾਂ ਚਿੱਚੜ ਹੋ ਸਕਦੇ ਨੇ, ਮੱਖੀ ਮੱਛਰ, ਜਾਂ ਫਿਰ ਉਹਨਾਂ ਦੇ ਨਾਲ ਟੱਚ ਹੋਣ ਵਾਲੇ ਜੋ ਕਿ ਸੇਵਾਦਾਰ ਹੁੰਦੇ ਨੇ, ਜੋ ਕਿ ਪਸ਼ੂਆਂ ਦੀ ਦੇਖ ਰੇਖ ਕਰਦੇ ਨੇ, ਤੇ ਉਹ ਜਿਹੜਾ ਕੋਈ ਗ੍ਰਸਤ ਪਸ਼ੂ ਹੈ ਉਹ ਤੰਦਰੁਸਤ ਪਸ਼ੂ ਤੱਕ ਜਾਂਦਾ ਹੈਗਾ ਤਾਂ ਉਹ ਇਸ ਤਰੀਕੇ ਨਾਲ ਫੈਲ ਸਕਦਾ ਹੈਗਾ। ਤਾਂ ਇਸ ਤਰੀਕੇ ਦੇ ਪ੍ਰੀਕਾਸ਼ਨਸ ਜਿਹੜੇ ਨੇ ਉਹ ਸਾਨੂੰ ਰੱਖਣੇ ਪੈਣੇ ਨੇ ਕਿ ਕਿਵੇਂ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਅਸੀਂ ਦੱਸ ਰਹੇ ਹੈਗੇ। ਹੁਣ ਗੱਲਬਾਤ ਕਰਾਂਗੇ ਪਸ਼ੂਆਂ ਦੇ ਵਿੱਚ ਇਸ ਬਿਮਾਰੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈਗਾ, ਯਾਨੀ ਰੋਕਥਾਮ ਦੀ ਗੱਲ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਇਹ ਹੁੰਦਾ ਗਾ ਕਿ ਜਿੱਦਾਂ ਕਿ ਡੈਰੀ ਫਾਰਮਸ ਦੇ ਵਿੱਚ ਬਹੁਤ ਸਾਰੇ ਪਸ਼ੂ ਹੁੰਦੇ ਨੇ, ਵੱਡੀ ਸੰਖਿਆ ਦੇ ਵਿੱਚ ਕਤਾਰਾਂ ਦੇ ਵਿੱਚ ਪਸ਼ੂ ਖੜੇ ਹੁੰਦੇ ਨੇ, ਤੇ ਜੇਕਰ ਇੱਕ ਪਸ਼ੂ ਦੇ ਵਿੱਚ ਇਸ ਦੇ ਸਿੰਪਟਮਸ ਵੇਖੇ ਜਾਂਦੇ ਨੇ ਤਾਂ ਉਸ ਪਸ਼ੂ ਨੂੰ ਬਾਕੀ ਸਾਰੇ ਪਸ਼ੂਆਂ ਤੋਂ ਵੱਖ ਕਰ ਦਿੱਤਾ ਜਾਵੇ। ਸਭ ਤੋਂ ਪਹਿਲਾਂ ਇਹ ਪੜਾਅ ਹੈਗਾ। ਦੂਸਰੀ ਗੱਲ ਕਿ ਜਿਹੜੇ ਕਿ ਜੋ ਵੀ ਇਸ ਪਸ਼ੂ ਦੀ, ਪੀੜਿਤ ਪਸ਼ੂ ਦੀ, ਗ੍ਰਸਤ ਪਸ਼ੂ ਦੀ ਜੋ ਵੀ ਕੋਈ ਟੇਕ ਕੇਅਰ ਕਰ ਰਿਹਾ ਹੈਗਾ, ਉਹ ਸ਼ਖਸ ਤੰਦਰੁਸਤ ਪਸ਼ੂਆਂ ਦੇ ਵਿੱਚ ਨਹੀਂ ਜਾ ਸਕਦਾ ਗਾ, ਕਿਉਂਕਿ ਉਸਦੇ ਵਾਇਰਸ ਜਿਹੜੇ ਨੇ ਉਸਦੇ ਹੱਥ ਦੇ ਵਿੱਚ ਆ ਜਾਂਦੇ ਨੇ। ਹਾਲਾਂਕਿ ਮਨੁੱਖ ਦੇ ਵਿੱਚ ਇਸ ਤਰੀਕੇ ਦਾ ਕੋਈ ਬਿਮਾਰੀ ਦੇ ਨਾਲ ਕੋਈ ਨੁਕਸਾਨ ਨਹੀਂ ਹੈ, ਹਾਲੇ ਤੱਕ ਕੋਈ ਇਸ ਤਰੀਕੇ ਦਾ ਕੇਸ ਨਹੀਂ ਵੇਖਿਆ ਗਿਆ ਕਿ ਉਸਦੇ ਨਾਲ ਕੋਈ ਮਨੁੱਖ ਨੂੰ ਵੀ ਕੋਈ ਨੁਕਸਾਨ ਹੈਗਾ। ਤਾਂ ਇਹ ਹੋ ਸਕਦਾ ਕਿ ਉਹ ਇੱਕ ਜ਼ਰੀਆ ਜ਼ਰੂਰ ਬਣ ਸਕਦਾ ਟ੍ਰਾਂਸਮਿਟ ਦਾ। ਤਾਂ ਇੱਕ ਸਭ ਤੋਂ ਪਹਿਲੇ ਸਾਨੂੰ ਇਹ ਕਰਨਾ ਪਏਗਾ ਕਿ ਜੇਕਰ ਕੋਈ ਸਿੰਪਟਮਸ ਵਾਲਾ ਪਸ਼ੂ ਹੈ ਤਾਂ ਉਸ ਨੂੰ ਦੂਸਰੇ ਪਸ਼ੂਆਂ ਤੋਂ ਵੱਖ ਕਰ ਦਿੱਤਾ ਜਾਵੇ। ਦੂਸਰਾ ਪੱਖ ਜਿਹੜਾ ਹੈਗਾ ਕਿ ਇਸ ਦਾ ਜਿਹੜਾ ਕਿ ਗ੍ਰਸਤ ਪਸ਼ੂ ਹੈ ਉਸਦਾ ਖਾਣ ਪਾਣ, ਦੇਖ ਰੇਖ, ਜੋ ਵੀ ਸਾਰਾ ਸਾਜੋ ਸਮਾਨ ਜੋ ਵੀ ਹੁੰਦਾ ਗਾ, ਉਹ ਸਾਰਾ ਟੋਟਲ ਓਵਰਆਲ ਵੱਖ ਕਰ ਦਿੱਤਾ ਜਾਵੇ। ਤੀਸਰੀ ਜਿਹੜੀ ਗੱਲ ਹੈਗੀ ਹੈ, ਉਹ ਉਸ ਪਸ਼ੂ ਨੂੰ ਅਸੀਂ ਤੁਰੰਤ ਜਿਹੜੇ ਕਿ ਨਾਲ ਦੇ ਜਿਹੜੇ ਕਿ ਵੈਟਨਰੀ ਹਸਪੀਟਲਸ ਨੇ ਉਹਨਾਂ ਦੇ ਡਾਕਟਰਸ ਨੂੰ ਕੰਸਲਟ ਕੀਤਾ ਜਾਵੇ, ਨਾ ਕਿ ਉਹਨਾਂ ਨੂੰ ਉਸ ਥਾਂ ਦੇ ਉੱਤੇ ਹਸਪੀਟਲ ਦੇ ਵਿੱਚ ਅਸੀਂ ਉਸ ਨੂੰ ਲੈ ਕੇ ਜਾਈਏ, ਕਿਉਂਕਿ ਹੋ ਸਕਦਾ ਕਿ ਤੁਹਾਡਾ ਜਿਹੜਾ ਪਸ਼ੂ ਹੈ ਉੱਥੇ ਦੂਸਰੇ ਪਸ਼ੂਆਂ ਨੂੰ ਵੀ ਗ੍ਰਸਤ ਕਰ ਸਕਦਾ, ਜਾਂ ਫਿਰ ਉੱਥੇ ਆਏ ਹੋਏ ਦੂਸਰਾ ਕੋਈ ਹੋਰ ਪਸ਼ੂ ਹੈ ਉਹ ਤੁਹਾਡੇ ਪਸ਼ੂ ਨੂੰ ਵੀ ਗ੍ਰਸਤ ਕਰ ਸਕਦਾ ਗਾ। ਤਾਂ ਇਸ ਕਰਕੇ ਅਸੀਂ ਆਪਣੇ ਪਸ਼ੂ ਦੀ ਆਵਾਜਾਈ ਨੂੰ ਬਿਲਕੁਲ ਬੰਦ ਕਰ ਦੇਵਾਂਗੇ ਤੇ ਇਸੇ ਤਰੀਕੇ ਦੇ ਨਾਲ ਅਸੀਂ ਉਸ ਦਾ ਪ੍ਰੀਕਾਸ਼ਨ ਰੱਖਾਂਗੇ। ਤੇ ਫੋਰਥ ਪੜਾਅ ਦੋਸਤੋ ਇਹ ਹੋ ਸਕਦਾ ਗਾ ਕਿ ਜਿਹੜਾ ਕਿ ਪਸ਼ੂ ਗ੍ਰਸਤ ਹੈ ਉਸ ਦੇ ਉੱਤੇ ਬੈਠਣ ਵਾਲੇ ਚਿੱਚੜ, ਮੱਖੀ ਮੱਛਰ ਤੇ ਦਵਾਈ ਅਸੀਂ ਛਿੜਕਾਅ ਕਰ ਸਕਦੇ ਹਾਂਗੇ, ਤਾਂ ਕਿ ਇਹ ਦੂਸਰੇ ਪਸ਼ੂ ਜਿਹੜੇ ਤੰਦਰੁਸਤ ਪਸ਼ੂ ਨੇ ਉਹਨਾਂ ਤੱਕ ਨਾ ਪਹੁੰਚ ਸਕਣ। ਤੇ ਫਿਫਥ ਪੁਆਇੰਟ ਇਹ ਆ ਕਿ ਹੁਣ ਮੰਡੀਆਂ ਦੇ ਵਿੱਚ ਅਕਸਰ ਜਾ ਕੇ ਅਸੀਂ ਕਈ ਵਾਰ ਪਸ਼ੂ ਖਰੀਦਦੇ ਜਾਂ ਘਰਾਂ ਦੇ ਵਿੱਚ ਜਾ ਕੇ ਪਸ਼ੂ ਖਰੀਦਦੇ ਹਾਂ, ਤਾਂ ਉਸ ਦੇ ਉੱਤੇ ਵੀ ਇੱਕ ਵਾਰ ਰੋਕਥਾਮ ਕੀਤੀ ਜਾਵੇ, ਕੁਝ ਸਮੇਂ ਦੇ ਲਈ ਰੋਕਿਆ ਜਾਵੇ, ਤਾਂ ਕਿ ਜਿਹੜੇ ਇੱਕ ਪਸ਼ੂ ਤੋਂ ਦੂਸਰੇ ਪਸ਼ੂ ਤੱਕ ਜਾਣ ਵਾਲੇ ਜਿਹੜੇ ਕਿ ਵਪਾਰੀ ਹੁੰਦੇ ਨੇ ਉਹਨਾਂ ਦੇ ਵੀ ਹੱਥ ਜਿਹੜੇ ਨੇ ਇਫੈਕਟਡ ਹੋ ਸਕਦੇ ਨੇ, ਤੇ ਉਹ ਦੂਸਰੇ ਪਸ਼ੂ ਨੂੰ ਜਦੋਂ ਤੰਦਰੁਸਤ ਨੂੰ ਜਾ ਕੇ ਟੱਚ ਕਰਦੇ ਨੇ ਤਾਂ ਇਹ ਬਿਮਾਰੀ ਉਸ ਥਾਂ ਦੇ ਉੱਤੇ ਵੀ ਉਹਨਾਂ ਨੂੰ ਇਫੈਕਟ ਕਰ ਸਕਦੀ ਹੈਗੀ। ਸਿਕਸਥ ਪੁਆਇੰਟ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇੱਥੇ ਜਿਹੜਾ ਕਿ ਉਸ ਏਰੀਏ ਦੇ ਵਿੱਚ, ਜਿੱਦਾਂ ਕਿ ਜਿਹੜੇ ਏਰੀਏ ਦੇ ਵਿੱਚ ਗ੍ਰਸਤ ਪਸ਼ੂ ਹੈ ਤਾਂ ਉਸ ਥਾਂ ਦੇ ਉੱਤੇ ਜਿਹੜੀ ਮਿੱਟੀ ਆ ਉਸ ਥਾਂ ਦੇ ਉੱਤੇ ਤੁਸੀਂ ਆਮ ਤੌਰ ਤੇ ਵੇਖਿਆ ਹੋਣਾ ਕਿ ਪਿੰਡਾਂ ਦੇ ਵਿੱਚ ਜਿਹੜੇ ਬਲੀਚਿੰਗ ਪਾਊਡਰ ਨੇ ਜਾਂ ਇਸ ਤਰੀਕੇ ਨਾਲ ਉਹ ਛਿੜਕਾਅ ਕਰ ਰਹੇ ਨੇ, ਤਾਂ ਕਿ ਬੈਕਟੀਰੀਆ ਜਿਹੜਾ ਹੈਗਾ ਉਹ ਨਾ ਫੈਲੇ। ਇਸ ਦੇ ਨਾਲ ਹੀ ਦੂਸਰਾ ਬਚਾਓ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਕਿ ਜਿਹੜਾ ਕਿ ਫਾਰਮ ਫੀਡ ਦਾ 1% ਦਾ ਛਿੜਕਾਅ ਕਰ ਸਕਦੇ ਹਾਂ, ਜਾਂ ਫਿਰ ਅਸੀਂ ਸੋਡੀਅਮ ਹਾਈਪੋਕਲੋਰਾਈਡ ਦਾ ਛਿੜਕਾਅ 2 ਤੋਂ 3% ਦਾ ਅਸੀਂ ਕਰ ਸਕਦੇ ਹਾਂਗੇ। ਇਸ ਤਰੀਕੇ ਨਾਲ ਅਸੀਂ ਸਲਾਹਕਾਰਾਂ ਦੀ ਸਲਾਹ ਦੇ ਨਾਲ ਅਸੀਂ ਬਚ ਸਕਦੇ ਹਾਂਗੇ, ਇਸ ਪਸ਼ੂਆਂ ਦੀ ਬਿਮਾਰੀ ਨੂੰ ਫੈਲਣ ਤੋਂ ਬਚਾਓ ਅਸੀਂ ਕਰ ਸਕਦੇ ਹਾਂਗੇ। ਦੋਸਤੋ ਇਸਦਾ 7ਵਾਂ ਪੁਆਇੰਟ ਜੋ ਹੈ, ਇਸ ਦੇ ਵਿੱਚ ਇਹ ਹੈ ਕਿ ਜਿਹੜਾ ਕਿ ਸਾਡੇ ਡੈਰੀ ਫਾਰਮ ਦੇ ਵਿੱਚ ਜਾਂ ਜਿੱਥੇ ਪਸ਼ੂਆਂ ਦਾ ਵਾੜਾ ਹੈ ਤਾਂ ਉਸ ਦੇ ਵਿੱਚ ਇਸ ਬੈਕਟੀਰੀਆ ਨੂੰ ਫੈਲਣ ਤੋਂ ਰੋਕਣ ਦੇ ਲਈ ਅਸੀਂ ਕੀ ਕਰ ਸਕਦੇ ਹਾਂਗੇ, ਇੱਕ ਛਿੜਕਾਅ ਕਰ ਸਕਦੇ ਹਾਂਗੇ। ਫਾਰਮਲਿਨ 1% ਦਾ ਜਾਂ ਫਿਰ ਸੋਡੀਅਮ ਹਾਈਪੋਕਲੋਰਾਈਡ ਦਾ 2 ਤੋਂ 3% ਦਾ ਛਿੜਕਾਅ ਅਸੀਂ ਕਰ ਸਕਦੇ ਹਾਂਗੇ। ਜਿਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਅਸੀਂ ਆਮ ਤੌਰ ਤੇ ਵੇਖ ਰਹੇ ਹਾਂ ਕਿ ਬਲੀਚਿੰਗ ਪਾਊਡਰ ਦਾ ਛਿੜਕਾਅ ਕੀਤਾ ਜਾ ਰਿਹਾ ਤਾਂ ਉਹ ਵੀ ਇੱਕ ਠੀਕ ਹੈ, ਪਰ ਇਸ ਦੇ ਨਾਲ ਤੁਸੀਂ ਆਹ ਵੀ ਕਰ ਸਕਦੇ ਹੋਗੇ। ਜਿਹੜਾ ਕਿ ਇਸ ਦਾ 8th ਪੁਆਇੰਟ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂਗੇ, ਇਸ ਦੇ ਵਿੱਚ ਇੱਕ ਜੋ ਗੌਟ ਪੌਕਸ ਦਾ ਜਿਹੜਾ ਇੱਕ ਇੰਜੈਕਸ਼ਨ ਹੈ ਉਹ ਤੁਰੰਤ ਆਪਣੇ ਤੁਸੀਂ ਵੈਟਨਰੀ ਜੋ ਮੈਡੀਕਲ ਸ਼ਾਪ ਹੈ
ਉਸ ਥਾਂ ਤੋਂ ਤੁਸੀਂ ਖਰੀਦ ਕੇ ਆਪਣੇ ਪੱਧਰ ਤੇ ਖਰੀਦ ਸਕਦੇ ਹੋਗੇ ਤੇ ਕਿਸੇ ਤੋਂ ਵੀ ਤੁਸੀਂ ਲਗਵਾ ਸਕਦੇ ਹੋਗੇ, ਜੋ ਕਿ ਵੈਟਨਰੀ ਹਸਪੀਟਲ ਦੇ ਜੋ ਡਾਕਟਰਸ ਨੇ ਜਾਂ ਕੋਈ ਹੋਰ ਇਹਨਾਂ ਦੇ ਅਸਿਸਟੈਂਟ ਨੇ, ਉਹਨਾਂ ਤੋਂ ਤੁਸੀਂ ਇੰਜੈਕਸ਼ਨ ਲਗਵਾ ਸਕਦੇ ਹੋਗੇ। ਜੇਕਰ ਤੁਹਾਡੇ ਪਸ਼ੂ ਦੇ ਵਿੱਚ ਇਸ ਤਰੀਕੇ ਦਾ ਕੋਈ ਸਿੰਪਟਮਸ ਵੇਖਿਆ ਜਾਂਦਾ ਹੈ ਤਾਂ ਉਸ ਨੂੰ ਤੁਸੀਂ ਤੁਰੰਤ ਆਪਣੇ ਨਜ਼ਦੀਕੀ ਹਸਪੀਟਲ ਦੇ ਵਿੱਚ ਵੀ ਇਨਫੋਰਮ ਕਰ ਸਕਦੇ ਹੋਗੇ, ਤਾਂ ਕਿ ਉਸ ਦੀ ਸਹੀ ਸਮੇਂ ਤੇ ਟੇਕ ਕੇਅਰ ਕੀਤੀ ਜਾ ਸਕੇ। ਸਭ ਤੋਂ ਇੱਕ ਐਂਡ ਆਫ ਫਾਈਨਲ ਤੁਹਾਨੂੰ ਦੱਸਣ ਲੱਗेंगे ਜਿਹੜੀ ਕਿ ਪੁਆਇੰਟ ਅਸੀਂ ਇਹ ਹੈ ਕਿ ਜਿੱਦਾਂ ਹੁਣ ਅਸੀਂ ਜੋ ਨਵੀਂ ਬਰੀਡਿੰਗ ਕਰਵਾਉਂਦੇ ਹੈਗਾ ਤਾਂ ਉਸ ਦੇ ਲਈ ਅਸੀਂ ਖਾਸ ਵਿਸ਼ੇਸ਼ ਇਹ ਧਿਆਨ ਰੱਖਣਾ ਹੁੰਦਾ ਗਾ ਕਿ ਅਸੀਂ ਹੁਣ ਜੇਕਰ ਕਿਸੇ ਸਾਨ ਦੇ ਵਿੱਚ ਇਸ ਤਰੀਕੇ ਦੀ ਬਿਮਾਰੀ ਜੇਕਰ ਵੇਖੀ ਜਾਂਦੀ ਹੈ ਤਾਂ ਉਸ ਨੂੰ ਤੁਸੀਂ ਇਸ ਤਰੀਕੇ ਦੀ ਬਰੀਡਿੰਗ ਦੇ ਲਈ ਉਸ ਨੂੰ ਨਾ ਤੁਸੀਂ ਕੋਈ ਉਪਰਾਲਾ ਕਰੋ, ਤੇ ਇਸ ਦੇ ਲਈ ਬਿਹਤਰ ਹੋਵੇਗਾ ਕਿ ਤੁਸੀਂ ਇਸ ਨੂੰ ਕੁਝ ਸਮੇਂ ਦੇ ਲਈ ਡਿਲੇ ਕਰ ਦਿਓ, ਜਦੋਂ ਤੱਕ ਇਸ ਬਿਮਾਰੀ ਤੋਂ ਪ੍ਰੋਪਰਲੀ ਨਿਜਾਤ ਨਹੀਂ ਮਿਲ ਸਕਦਾ ਗਾ। ਤਾਂ ਦੋਸਤੋ ਉਮੀਦ ਕਰਦਾ ਤੁਹਾਨੂੰ ਇਸ ਤਮਾਮ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਜਿਹੜੀਆਂ ਨੇ ਕਾਫੀ ਕੁਝ ਹੱਦ ਤੱਕ ਮਿਲ ਗਈਆਂ ਹੋਣਗੀਆਂ। ਜੇਕਰ ਕੋਈ ਤੁਹਾਨੂੰ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਤਾਂ ਆਪਣੀ ਕਮੈਂਟ ਬਾਕਸ ਦੇ ਵਿੱਚ ਰਾਏ ਜ਼ਰੂਰ ਦੇ ਦਿਓ। ਤਦ ਤੱਕ ਲਈ ਇਜਾਜ਼ਤ। ਸਹਿਯੋਗੀ ਸੂਰਜ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਨਿਊਜ਼ ਡੇਟ ਲਾਈਵ ਬਠਿੰਡਾ।